ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਨ ਕੇ ਨਾਸਕ ਬਿਘਨ ਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਨਾਮ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ
ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ। ਚੋਰ ਚੋਰ ਕੂਕੀ ਤਬਹਿ ਦੌਰੇ ਨਰ ਆਏ। ਹਥਨੀ ਕੇ ਚਹੁੰ ਦਿਸ ਫਿਰੇ ਨਹਿ ਕੁਛ ਦਰਸਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਛੇਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੋਰ ਚੋਰ ਕੂਕੇ ਤਬੇ ਦੌਰੇ ਨਰ ਆਏ। ਹਥਨੀ ਕੇ ਚਹੁੰ ਦਿਸ ਫਿਰੇ ਨਹਿ ਕੁਛ ਦਰਸਾਏ। ਕਵੀ ਰਾਜ ਕਵੀ ਸੰਤੋਖ ਸਿੰਘ ਜੱਗੇ ਲਿਖਦੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਅੰਦਰ ਆਪ ਜੀ ਨੇ ਸਰਵਣ ਕੀਤਾ, ਮਾਤਾ ਨਾਨਕੀ ਜੀ ਨੇ ਪਰਖ ਕਰਨ ਵਾਸਤੇ ਹੱਸਦਿਆਂ ਹੋਇਆਂ ਹਾਸੇ ਦੇ ਵਿੱਚ ਕਿਹਾ ਕਿ ਬਿਧੀ ਚੰਦ ਜਿਹੜੇ ਬੇਗਮਾਂ ਦੇ ਗਹਿਣੇ ਅੱਗੇ ਛੱਡ ਆਏ ਸੈਂ, ਉਹ ਗਹਿਣੇ ਹੁਣ ਲਿਆ ਸਕਣੇ, ਮੇਰੇ ਲਈ ਲਿਆਏਂਗਾ। ਔਰ ਭਾਈ ਬਿਧੀ ਚੰਦ ਨੇ ਕਿਹਾ ਕਿ ਮੇਰੇ ਧੰਨ ਭਾਗ, ਤੁਸੀਂ ਹੁਕਮ ਕਰੋ ਮੈਂ ਜ਼ਰੂਰ ਲੈ ਕੇ ਆਵਾਂਗਾ। ਗੁਰੂ ਸਾਹਿਬ ਤੋਂ ਆਗਿਆ ਲੈ ਕੇ ਗਿਆ। ਔਰ ਮਾਤਾ ਨਾਨਕੀ ਜੀ ਵੇਖਣਾ ਚਾਹੁੰਦੇ ਸਨ ਗੱਲਾਂ ਜਿਹੜੇ ਹਿਸਾਬ ਨਾਲ ਸੁਣਾਈਆਂ ਜਾਂਦੀਆਂ ਨੇ ਬਿਧੀ ਚੰਦ ਦੀਆਂ, ਕਿਉਂਕਿ ਵਿਸ਼ਵਾਸ ਕਰਨ ਦੇ ਯੋਗ ਨਹੀਂ ਹੁੰਦੀਆਂ ਕਿ ਇਵੇਂ ਹੋ ਸਕਦਾ ਹੈ। ਮਾਤਾ ਜੀ ਦੇ ਉਸ ਭਰੋਸੇ ਨੂੰ ਕਾਇਮ ਰੱਖਣ ਲਈ ਜਾਂ ਹੁਕਮ ਲੈ ਕੇ ਭਾਈ ਬਿਧੀ ਚੰਦ ਗਿਆ। ਲਾਹੌਰ ਨੂੰ ਜਾਣਾ ਸੀ, ਰਾਹ ਦੇ ਵਿੱਚ ਗੋਬਿੰਦਵਾਲ ਸਾਹਿਬ ਨੂੰ ਪਤਾ ਲੱਗਿਆ ਕਿ ਬੇਗਮਾਂ ਦਾ ਡੇਰਾ ਇੱਥੇ ਹੈ। ਸਾਰੀ ਰਾਤ ਉੱਥੇ ਘਾਤ ਲਾਈ ਪਰ ਦਾਰ ਨਹੀਂ ਲੱਗਿਆ। ਸਵੇਰੇ ਜਦੋਂ ਉੱਥੋਂ ਸਾਰਾ ਅੱਗੇ ਡੇਰਾ ਚੱਲਿਆ ਹੈ, ਭੀੜ ਦੇ ਵਿੱਚ ਭਾਈ ਬਿਧੀ ਚੰਦ ਵੜਿਆ। ਜਿਹੜੀ ਹਥਨੀ ਦੇ ਉੱਤੇ ਬੇਗਮ ਬੈਠੀ ਹੋਈ ਸੀ, ਸੰਦੂਕ ਚੰਗੀ ਤਰ੍ਹਾਂ ਦੇਖਿਆ ਕਿ ਇਹੀ ਸੰਦੂਕ ਹੈ, ਉਹ ਵੀ ਹਥਨੀ ਦੇ ਨਾਲ ਉੱਤੇ ਲੱਦਿਆ ਗਿਆ। ਭਾਈ ਬਿਧੀ ਚੰਦ ਨੇ ਨਾਲ ਨਾਲ ਭੀੜ ਦੇ ਵਿੱਚ ਵੜ ਗਏ ਤੇ ਨਾਲ ਨਾਲ ਚੱਲਦੇ ਗਏ। ਹਥਨੀ ਜਦੋਂ ਮਲ ਮੂਤਰ ਕਰਨ ਵਾਸਤੇ ਇੱਕ ਥਾਂ 'ਤੇ ਰੁਕੀ, ਇੱਕ ਪਾਸੇ ਨੂੰ ਹੋ ਕੇ, ਭਾਈ ਬਿਧੀ ਚੰਦ ਵਿੱਚ ਹੱਥ ਵਿੱਚ ਰੱਸਾ ਸੀ। ਇਸ ਢੰਗ ਦੇ ਨਾਲ ਰੱਸੇ ਦੀ ਗੰਢ ਬਣਾ ਕੇ ਉੱਤੇ ਮਾਰੀ ਕਿ ਉਹ ਜਿਹੜਾ ਟੈਚੀ ਸੀ ਉਹਦੇ ਵਿੱਚ ਫਸਿਆ। ਔਰ ਭਾਈ ਬਿਧੀ ਚੰਦ ਨੇ ਉਹਨੂੰ ਖਿੱਚਿਆ, ਆਪ ਛਾਲ ਮਾਰ ਕੇ ਰੱਸੇ ਨੂੰ ਫੜ ਕੇ ਉੱਤੇ ਚੜ੍ਹਿਆ। ਔਰ ਬਸ ਅੱਖ ਝਮਕਣ ਜਿੰਨੇ ਸਮਾਂ ਲਾਇਆ, ਸੰਦੂਕ ਫੜੀ, ਛਾਲ ਮਾਰੀ ਤੇ ਬਸ ਤਿੱਤਰ ਹੋ ਗਿਆ। ਉੱਥੇ ਜਿਹੜੀ ਬੇਗਮ ਹੈ ਉਹ ਰੌਲਾ ਪਾਵੇ। ਕਵੀ ਸੰਤੋਖ ਸਿੰਘ ਜੱਗੇ ਲਿਖਦੇ ਨੇ, ਬੇਗਮ ਉੱਤੋਂ ਕਹਿੰਦੀ ਹੈ ਕਿ ਇਹ ਕੌਣ ਹੈ, ਕੌਣ ਹੈ? ਚੋਰ ਹੈ। ਚੋਰ ਚੋਰ ਕੂਕੇ ਤਬੇ ਦੌਰੇ ਨਰ ਆਏ। ਜਦੋਂ ਚੋਰ ਚੋਰ ਕਰਕੇ ਬੇਗਮ ਨੇ ਰੌਲਾ ਪਾਇਆ, ਬੰਦੇ ਲੋਕ ਭੱਜ ਕੇ ਆਏ। ਹਥਨੀ ਕੇ ਚਹੁੰ ਦਿਸ ਫਿਰੇ ਨਹਿ ਕੁਛ ਦਰਸਾਏ। ਹਾਥੀ ਦੇ ਚਾਰ ਸਪੇਰੇ ਹਥਨੀ ਦੇ ਘੁੰਮੇ, ਭੱਜੇ, ਦੌੜੇ।
पर कुछ नज़र नहीं आए बिधि चंद किधर ਨੂੰ गए। बिधि चंद कर शिगरता तज मग तत्काला। और बिधि चंद जी इन्नी तेज एक पासे ਨੂੰ ਹੋਏ, ਛੇਤੀ ਦੇ ਨਾਲ ਆਪਣਾ ਰਾਹ ਛੱਡ ਦਿੱਤਾ, ਹੋਰ ਰਾਹ ਪੈ ਕੇ ਉੱਥੋਂ ਨਿਕਲ ਗਏ। ਸੰਪਟ ਦਿੜ ਸੰਭਾਰ ਕਰ ਪਾਛੇ ਹਟ ਚਾਲਾ। ਕਿਉਂਕਿ ਭਾਈ ਬਿਧੀ ਚੰਦ ਨੂੰ ਪਤਾ ਸੀ ਜੇ ਇਹ ਪਿੱਛਾ ਵੀ ਕਰਨਗੇ ਰਸਤਿਆਂ ਤੋਂ ਭੱਜਣਗੇ, ਰਸਤੇ ਤਾਂ ਨਹੀਂ ਹੋਏ ਹੀ ਨਹੀਂ। ਵਿੱਚੋਂ ਘਾਹ ਬੂਟਿਆਂ ਦੇ ਵਿੱਚੋਂ ਦੀ ਹੋ ਕੇ ਖੇਤਾਂ ਦੇ ਵਿੱਚ ਨੂੰ ਹੋ ਗਏ ਕਿ ਜਿੱਧਰੋਂ ਪਤਾ ਵੀ ਨਾ ਲੱਗੇ। ਉਹ ਸੰਪਟ ਡੱਬਾ ਜਾਂ ਸੰਦੂਕ ਹੱਥ ਵਿੱਚ ਫੜਿਆ ਤੇ ਭਾਈ ਬਿਧੀ ਚੰਦ ਤੋਂ ਛੇਤੀ ਨਾਲ ਲਿਖ ਲਿਆ। ਦੂਰ ਫਰਕ ਕੋ ਪਾਏ ਕਰ ਪ੍ਰਾਤੀ ਹੋਏ ਆਈ। ਜਦੋਂ ਤੱਕ ਦਿਨ ਦਾ ਚੜ੍ਹਾ ਚੜਿਆ, ਪੂਰੀ ਤਰ੍ਹਾਂ ਚਾਨਣ ਹੋਇਆ, ਕਿਉਂਕਿ ਡੇਰਾ ਅੰਮ੍ਰਿਤ ਵੇਲੇ ਚੱਲ ਪਿਆ ਸੀ, ਮੂੰਹ ਹਨੇਰੇ। ਉਦੋਂ ਤੱਕ ਭਾਈ ਬਿਧੀ ਚੰਦ ਬੜਾ ਫਰਕ ਪਾ ਚੁੱਕਿਆ ਸੀ, ਬੜੀ ਦੂਰ ਨਿਕਲ ਗਿਆ। ਉਲੰਘਤ ਬਿਪਾਸਾ ਨਦੀ ਕੋ ਸਭ ਚਿੰਤ ਗਵਾਈ। ਬਿਆਸ ਨਦੀ ਨੂੰ ਪਾਰ ਕਰ ਗਿਆ ਤੇ ਬਸ ਜਦੋਂ ਨਦੀ ਪਾਰ ਕੀਤੀ ਫਿਰ ਕਿਸੇ ਤਰ੍ਹਾਂ ਦੀ ਫਿਕਰ ਨਹੀਂ ਰੱਖੀ ਕਿ ਹੁਣ ਕੋਈ ਚਿੰਤਾ ਨਹੀਂ, ਇੱਥੋਂ ਤੱਕ ਕੋਈ ਨਹੀਂ ਪਹੁੰਚਦਾ। ਨਹਿ ਪਾਇਓ ਤਸਕਰ ਗਇਓ ਬਿਸਮਾਏ ਘਨੇਰੇ। ਇੰਨੇ ਸਿਪਾਹੀ ਇੰਨੇ ਪਹਿਰੇਦਾਰ ਪਰ ਚੋਰ ਲੱਭੇ ਹੀ ਨਹੀਂ। ਸਾਰੇ ਹੈਰਾਨ ਰਹਿ ਗਏ ਕਿ ਇੱਕ ਤੇ ਸੁੱਤਿਆਂ ਕੋਈ ਚੋਰੀ ਕਰ ਲਏ। ਇਹ ਚਲਦੇ ਚਲਦੇ ਰਾਹ ਦੇ ਵਿੱਚ ਸਾਰਿਆਂ ਦੇ ਸਾਹਮਣੇ ਵੇਖਦੇ ਹੀ ਲੈ ਗਿਆ। ਇੰਨਾ ਪਹਿਰਾ ਪਰ ਕਿਤੇ ਚੋਰ ਨਹੀਂ ਲੱਭਿਆ। ਸਾਰੇ ਬੜੇ ਹੈਰਾਨ। ਬੇਗਮ ਭਈ ਹੈਰਾਨ ਮਨ ਅਸ ਚੋਰ ਨਾ ਹੇਰਾ। ਇਹ ਬੇਗਮ ਬੜੀ ਹੈਰਾਨ ਹੋਈ ਕਿ ਇਵੇਂ ਦਾ ਚੋਰ ਕਦੇ ਨਹੀਂ ਸੀ ਵੇਖਿਆ ਸੁਣਿਆ, ਕਿ ਜਿਹੜਾ ਕੋਲੋਂ ਹੀ ਉੱਤੇ ਸਵਾਰ ਮੈਂ ਹਾਂ, ਮੇਰੇ ਨਾਲ ਸੰਦੂਕ ਹੈ, ਮੇਰੇ ਚਾਰ ਚੁਫੇਰੇ ਨੇ ਪਹਿਰੇਦਾਰ ਨੇ। ਸਾਰਿਆਂ ਦੇ ਵੇਖਦਿਆਂ ਸਾਰਿਆਂ ਦੇ ਸਾਹਮਣੇ ਲੈ ਗਿਆ। ਤੁਮ ਸਭ ਮਹਿ ਤੇ ਲੈ ਗਇਓ ਹਠ ਧਾਰ ਵਡੇਰਾ। ਬੇਗਮ ਸਿਪਾਹੀਆਂ ਨੂੰ ਆਵਾਜ਼ਾਂ ਮਾਰ ਕੇ ਕਹਿੰਦੇ ਕਿ ਤੁਸੀਂ ਕਾਹਦਾ ਪਹਿਰਾ ਦਿੰਦੇ, ਤੁਸੀਂ ਕਾਹਦੇ ਸੈਨਿਕ ਹੋ, ਕਿ ਉਹ ਤੇ ਐਡਾ ਦਲੇਰ ਕੋਈ ਨਿਕਲਿਆ ਤੁਹਾਡੇ ਸਾਹਮਣੇ ਵੇਖਦੇ ਵੇਖਦੇ ਲੈ ਗਿਆ। ਸ੍ਰੀ ਸਤਿਗੁਰੂ ਗੁਣ ਗਾਵ ਤੋ ਆਨੰਦ ਉਪਜਾਵੈ। ਭਾਈ ਬਿਧੀ ਚੰਦ ਦੇ ਗੁਰੂ ਸਾਹਿਬ ਦਾ ਸਿਮਰਨ ਕਰਦਾ ਆਨੰਦ ਦੇ ਵਿੱਚ ਆਪਣੇ ਰਾਹ 'ਤੇ ਚੱਲਿਆ ਗਿਆ। ਬਿਧੀ ਚੰਦ ਕਰਤਾਰਪੁਰ ਮਾਰਗ ਕੋ ਆਵੈ। ਭਾਈ ਬਿਧੀ ਚੰਦ ਕਰਤਾਰਪੁਰ ਸਾਹਿਬ ਦੇ ਰਸਤੇ 'ਤੇ ਔਰ ਗੁਰੂ ਸਾਹਿਬ ਦੇ ਗੁਣ ਗਾਉਂਦਿਆਂ ਹੋਇਆ ਆਪਣੀ ਬਾਣੀ ਪੜ੍ਹਦਾ ਹੋਇਆ ਆ ਰਿਹਾ। ਸੁਖ ਸੋ ਪਹੁੰਚੋ ਆਏ ਕਾਰਪੁਰ ਵਿਖੇ ਪ੍ਰਵੇਸ਼ਾ। ਸੁੱਖ ਦੇ ਨਾਲ ਕਰਤਾਰਪੁਰ ਪਹੁੰਚੇ। ਦਿਨ ਚੜ੍ਹਿਆ, ਹਜੇ ਸੂਰਜ ਚੜ੍ਹਿਆ, ਥੋੜ੍ਹਾ ਥੋੜ੍ਹਾ ਹੋਇਆ, ਭਾਈ ਬਿਧੀ ਚੰਦ ਕਰਤਾਰਪੁਰ ਸਾਹਿਬ ਪਹੁੰਚ ਗਏ। ਗਇਓ ਮਹਿਲ ਚਾਹੇ ਨਾਨਕੇ ਆਨੰਦ ਬਸੇਖਾ। ਜਿੱਥੇ ਮਹਿਲ ਦੇ ਵਿੱਚ ਗਏ, ਜਿੱਥੇ ਮਾਤਾ ਨਾਨਕੀ ਜੀ ਸੀ, ਜਾ ਕੇ ਦਰਸ਼ਨ ਕੀਤੇ। ਸੁੰਦਰ ਸੰਪਟ ਹਿਮ ਕੋ ਤਰ ਦੇਣ ਅਗਾਰੀ। ਤੇ ਉਹ ਗਹਿਣਿਆਂ ਦਾ ਭਰਿਆ ਹੋਇਆ ਸੰਦੂਕ ਮਾਤਾ ਜੀ ਦੇ ਅੱਗੇ ਰੱਖ ਦਿੱਤਾ। ਔਰ ਮਾਤਾ ਵੇਖ ਕੇ ਹੈਰਾਨ ਕੇ ਸਮਾਂ ਵੀ ਨਹੀਂ ਲਾਇਆ ਬਹੁਤਾ। ਔਰ ਇਵੇਂ ਦੀ ਥਾਂ ਤੋਂ ਬੰਦਾ ਲੈ ਆਵੇ ਤੇ ਫਿਰ ਵਾਕਈ ਨੂੰ ਧਨ ਤੇ ਗਹਿਣਾ ਬਣਦਾ ਹੀ ਹੈ। ਕੰਮ ਤੇ ਭਾਵੇਂ ਗਲਤ ਹੈ, ਚੋਰੀ ਤੇ ਕਿਉਂਕਿ ਚੋਰੀ ਹੋਈ ਹੈ ਨਾ। ਹੱਥ ਜੋਰ ਕਰ ਬੰਦਨਾ ਸਭ ਗਿਰਾ ਉਚਾਰੀ। ਭਾਈ ਬਿਧੀ ਚੰਦ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਬੇਨਤੀ ਹੋਈ ਕਰਦੇ ਹੋਏ ਕਿਤੇ ਨੇ, ਮਾਤਾ ਕਰੇ ਸਹਾਇਤਾ। ਇਹ ਭੂਖਣੇ ਆਨੇ ਕਿ ਮਾਤਾ ਜੀ ਗੁਰੂ ਨੇ ਸਹਾਇਤਾ ਕੀਤੀ, ਕਿਰਪਾ ਕੀਤੀ ਹੈ। ਤੁਸੀਂ ਕਿਹਾ ਸੀ ਮੈਂ ਗਹਿਣੇ ਲੈ ਕੇ ਆ ਗਿਆ। ਬੇਗਮ ਡੇਰਾ ਨਿਕਟ ਹੀ ਮਿਲ ਗਇਓ ਮਹਾਨੇ। ਮੈਨੂੰ ਬਹੁਤਾ ਦੂਰ ਵੀ ਨਹੀਂ ਜਾਣਾ ਪਿਆ, ਲਾਹੌਰ ਤੱਕ ਤੇ ਜਾਣ ਦੀ ਲੋੜ ਹੀ ਨਹੀਂ ਪਈ, ਡੇਰਾ ਹੀ ਨੇੜੇ ਮਿਲ ਗਿਆ ਸੀ। ਗੁਰੂ ਨੇ ਕੰਮ ਹੀ ਸੌਖਾ ਕਰ ਦਿੱਤਾ। ਸਿੱਖਣ ਕੇ ਕਾਰਜ ਪੁਰ ਹੋ ਚਾਹੇ ਕਹਾਂ ਸਹਾਈ। ਕਿਉਂਕਿ ਗੁਰੂ ਸਾਹਿਬ ਦੇ ਆਪਣੇ ਸਿੱਖਾਂ ਦੇ ਕਾਰਜ ਆਪੇ ਪੂਰੇ ਕਰਦੇ ਨੇ। ਬਸ ਅੰਦਰ ਭਰੋਸਾ ਵਿਸ਼ਵਾਸ ਹੋਏ, ਜਿੱਥੇ ਕਿੱਥੇ ਨਹੀਂ ਉਹ ਗੁਰੂ ਸਾਹਿਬ ਜੀ ਸਹਾਈ ਹੋ ਜਾਂਦੇ ਨੇ। ਰੱਖੋ ਮੇਰੀ ਲਾਜ ਨਿਤ ਇਹ ਕਹਾਂ ਵਡਾਈ। ਸਤਿਗੁਰੂ ਜੀ ਕਿਰਪਾ ਕਰਿਓ, ਗੁਰੂ ਸਾਹਿਬ ਜੀ ਮੇਰੀ ਲਾਜ ਰੱਖਦੇ ਨੇ, ਨਹੀਂ ਤੇ ਮੇਰੀ ਕੀ ਵਡਿਆਈ ਹੈ, ਨਹੀਂ ਤੇ ਮੇਰੇ ਕੀ ਔਕਾਤ, ਮੈਂ ਸਭ ਕੁਛ ਕਰ ਵੀ ਜਾਵਾਂ ਤੇ ਪਤਾ ਵੀ ਨਾ ਲੱਗੇ। ਬਿਸਮਤ ਚਿਤ ਹੈ ਵ ਨਾਨਕੇ ਆਨੰਦ ਉਪਜਾਇਓ। ਮਾਤਾ ਨਾਨਕੀ ਜੀ, ਕਿਉਂਕਿ ਕਈ ਵਾਰੀ ਅਵਸਥਾ ਐਵੇਂ ਦੀ ਬਣ ਜਾਂਦੀ ਪਤਾ ਨਹੀਂ ਲੱਗਦਾ।
कि हुण इस काम ते खुश होवां कि हैरान होवां। हैरान भी हुंदे ने, खुश भी हुंदे ने। चोरी मैं अतिशय चतुर तूरन ही लियायो। और माता नानकी जी एक गल कहंदे ने कि बिधि चंद, चोरी करन विच ते वाकई तू बड़ा चतुर है, सियाणा है कि छेती लैके आ गए, समा भी नहीं लाया। दासे संग बखान कै संपट खुलवायो। माता नानकी जी ने दासी नूं आवाज़ मारी कि संदूक दे खोलो, वेखो विच की है। भरिया जवाहर बरिंद ते जगमग चमकायो। जदों संदूक खोलिया गया, हीरे जवाहरात नाल भरिया होया सारा संदूक जगमग जगमग करे। मुक्ता गन करना भरन बड हाथ सुटारे। बहुत कन्ना दे गहने जड़े बड़े सडौल, बड़े हीरे जड़े ने, होर कई तरह के गहने ने। सीस फूल हीरे जरे जिन मोल उधारे। कोई सिर ते लाउण वाले, कोई गल ते पाउण वाले, जिन्हां दे कीमत लखां रुपए हुंदी सी। बेसरगार भूखण भले अर हाथन केरे। देखत देत प्रमोद को दुतवंत बडेरे। हत्थां 'च पाउण वाले गहने, पैरां 'च पाउण वाले, बाहां 'च पाउण वाले, ਉਂਗਲਾਂ 'ਚ पाउण वाले, ये गहने वेख वेख के माता जी दासी बड़े खुश हुंदे ने, क्योंकि सोहणे बड़े ने। और प्रसन्न बहु नानके बर सुंदर दिने। माता जी फिर खुश होए ते खुश हो के बचन कीते, गुर जस के संग जस रह जग मह सुख लीने। कि बिधि चंद गुरु दे जस करन नाल तेरा भी जस संसार विच इसे तरह वधे। सतनाम मन मह बसे सिखी बड़ धारो। कि बिधि चंद सतनाम वाहिगुरु तेरे अंदर वस जे। बिधि चंद तू सिखी गुरु दे इसे तरह धारण करके रखें। जन्म मरण बंधन छुटहें गुर तोहे उधारो। तेरा जन्म मरण का बंधन कटिया जाए, गुरु साहब जी कृपा करन, तेरा उदाहरण करन। तोहे नाम को उचरकार रिपते जय पावें। आने वाले समय जे सिख भाई बिधि चंद तेरा नाम लैके दुश्मन का मुकाबला करनगे ना, ते तेरा नाम लैन करके उन्हों की जित होवेगी। पुरुषार्थ गुर हित करे सब बिघन मिटावें। क्योंकि ये जड़ा पुरुषार्थ जड़ा उदम तू किया, गुरु हित किया, परोपकार हित किया, इस करके तेरे राह दे विच संकट तो कोई आना ही नहीं। परोपकारे बहु रहे हो बिधते जग माही। तू पहलों भी बड़े परोपकार किए ने संसार विच, इस करके तू प्रगट है। तो ये रहिंदी दुनिया तक तेरा जस इस तरह रहेगा। दुख बिहेण तन तुव रह सब करे सराही। माता जी असीसा देंदे ने कि भाई बिधि चंद तेरा शरीर दुख तो रहत रहे, देह अरोगता रहे, नवा नरोवा रहे। बार बार इमनान के या सिख बहुत दिन ने। माता नानकी जी ने वार वार इस तरह दी असीसा दित्तियां। आग्या लेकर मात ते उठ बंधन किन्ने। भाई बिधि चंद ने फिर माता नानकी जी तो आग्या लई, नमस्कार कीती, उठ के बाहर नूं चला गया। श्री हरगोबिंद को दर्श पुन जाए निहारा। फिर भाई बिधि चंद ने छेवें सतगुरु धन गुरु हरगोबिंद साहब महाराज सच्चे पातशाह जी के दर्शन किए। पग पंकज पर शीस धार प्रसंग उचारा। सतगुरु के चरणों ते सिर रख के मत्था टेकिया, हाथ जोड़ के सामने बैठ के फिर सारा प्रसंग सुनाया। मुस्काने गुण खान सुन सन्मान बिठायो। सतगुरु जी ने सुन के ना मुस्कराते ने, कहते ने बिधि चंद तू सचमुच गुणा दी खान है। बड़े सत्कार दे नाल कोल बिठाया। तुम समतान है किसो मैं है जस भाक सुनायो। बिधि चंद तेरी बराबरी कोई नहीं कर सकता, क्योंकि जो बिधि चंद तू है तू ही है। बिधि चंद के कर्म यस सुन पिख विसमावै। कि बिधि चंद के कर्म ऐसे ने जिन्हों को सुनता है, जेड़ा को वेखदा है हैरान ही रह जाता है। जह ना पहुँचो जाए किस तत् छिन जय तह जावै।
कि जिथे किसी तो पहुँचे नहीं जा सकता, बिधि चंद जिहड़ा मिंट नहीं लाउंदा, छेती नाल उत्थे भी पहुँच जाता है। जब सतगुर मंदिर गए सुठ पलंग सुहाए, कहते उस दिन शाम नूं जदों गुरु साहब जी फिर घर विच गए, दोपहर के समय पलंग टाया, गुरु साहब के पलंग ते सबाईमन होए ने। सगल विभूखण नानके तब आन दिखाए, माता नानकी जी ने अपने पति गुरु धन गुरु हरगोबिंद साहब जी नूं सारे गहने लिया के विखाए, जिहड़े बिधि चंद लैके आया। विषम थान ते आनकार यही अर्पण कीने, माता जी कहते ने इन्नी औखी थां तो नौकरी, इन्नी औखी थां तो चोरी करके लियाया, तो समा भी नहीं लाया। देखो तुहाडे सामने संदूक भरिया पिया है। बुद्ध बल मैं अत चतुर है सम अपर न चीने, माता नानके जी कहते ने इहदे विच बुद्ध तो है ही, बड़ी अकल है, बल भी बड़ा है, चतुर भी बड़ा है, बस इहदे वर्गा दुनिया दे विच होर कोई भी नहीं। सुनकार सिरे सतगुरु कहियो इस कर्म विसाले, ये सुन के सतगुरु कहते ने नानकी जी कहते इहदे कर्म जिहड़े ने बड़े महान ने। है लियावण अचरज करियो बिच मानव जाले, क्योंकि पहलों हैरानी वाले काम इन्हें कीते ने कि एक कूड़ा छल के लिया, दूजा कूड़ा ललकार के लिया। नह आवत कहबे बिखाए क्या कहे सुनाई, इनकी कथा तो कहण विच नहीं आउंदी, की कह के कुछ सुनावे, इन्नी हैरान करने वाली है। इत्यादिक बहु भांत के कार दास बढ़ाए, इत्यादिक इस तरह गुरु साहब जी ने अपने सिख भाई बिधि चंद जी की बड़ी वडियाई की। देख भभूखण नानके नह पहरन चाहे, हुण नानकी जी ने गहने तो वेखे सोहने बड़े हीरे लगे हुए ने, पर उन्होंने पाउणा नहीं चाहते कि मैं पाउणे नहीं। ये तो परख करने वास्ते क्या सी लै आया है। अपने उचित ना चीन कहे भरता पाहे, कि माता जी ने यह जानिया कि साढ़े पाउण के योग नहीं, क्योंकि है तो चोरी देन ना। तो अपने पति धन गुरु हरगोबिंद साहब जी नूं माता नानकी जी कहते हैं, पहनते खां की भार जा कह निकट बुलाई, कहते सतगुरु जी पहनते खां की घरवाली नूं बुलाओ, ये सारा कुछ उन्होंने दईए। बहु मोले तत्शन दिए लैकर हर खाई, पहनते खां की घरवालाई माता नानकी जी ने सारे गहने चुक के उन्होंने दे दिते, क्योंकि गुरु घर दे विच चोरी की चीज़ तो वैसे प्रवान नहीं, और माता जी ने तो एक परख करनी सी। पुन बापक के नार को बख्शे तत्काला, कुछ कहने जेड़ा भाई बापक रवाबी सिख कीर्तन करता है, कुछ गहने माता नानकी जी ने घरवाली नूं बख्शे। जबर जवाहर जरे जिन बर दिपे उजाला, हीरे जवाहरत जड़े हुए सोहने सन, लेकर सोजस बखानते और मोह तो पाए भाई बापक के घरवाले भी। धन गुरु धन माता नानकी कहती हुई बड़ी खुश हुई। लाखों कीमत जिन्हों के निज तन पहराए, भाई बापक के घरवाली पहनते खां के घरवाली, इन्ने गहने मिले कि जिन्हों की कीमत लखां की सी एक एक गहने की, और गल विच पा के खुश होने से बड़ियां खुश हुई। इस प्रकार करतारपुर केतक दिन टारे, इस तरह गुरु हरगोबिंद साहब जी महाराज करतारपुर साहब दे विच कई दिन रहे। सुन सुने आवे संगता चो दिसन निहारे, संगतां सुन आउंदियां ने, चारे पासे दी संगतां के दर्शन करदियां ने। मनोकामना पाए कार गन भेट चढ़ावें, सिख संगतां जिथे भेट अर्पण करदियां ने उत्थे उन्हां दी मनोकामना पूरीआं हुंदियां ने। अपनियां मनोकामना पूरीआं करके गुरु साहब के दर्शनां दे चरणां दे विच मत्था टेकदियां ने। देश विदेशन सिख बहु पूरबन दरसावें, देशां विदेशां दी सिख संगतां ते विशेष तौर पर जदों कोई त्यौहार हुंदा सी, जिवें दिवाली हुई, जिवें सब तो पहलों लगदी हुंदी सी विसाखी, इवें दे त्यौहारां ते देशां विदेशां तो संगतां बड़ियां आउंदियां सन।
ਸਭ ਦਿਸ ਵਿਖੇ ਮਸੰਦ ਗਾਨ ਅਨਹਿ ਉਰ ਕਰਕਾਰਾ। ਇਹਨਾਂ ਪੁਰਬਾਂ 'ਤੇ ਸਾਰੇ ਮਸੰਦ ਹੁੰਦੇ ਸਨ। ਉਹ ਕੋਈ 6 ਮਹੀਨੇ ਦਾ, ਕੋਈ ਸਾਲ ਦਾ ਜਿਹੜਾ ਸਿੱਖ ਸੰਗਤਾਂ ਦਾ ਦਸਵੰਧ ਇਕੱਠਾ ਕੀਤਾ ਹੁੰਦਾ ਸੀ, ਉਹ ਲੈ ਕੇ ਆਉਂਦੇ ਸਨ। ਲੱਖੋ ਧਨ ਕੋ ਅਰਪਤੇ ਸਤਿਗੁਰੂ ਦਰਬਾਰਾ। ਗੁਰੂ ਸਾਹਿਬ ਦੇ ਦਰਬਾਰ ਵਿੱਚ ਲਿਆ ਕੇ ਲੱਖਾਂ ਦਾ ਧਨ ਮਸੰਦ ਜਿਹੜਾ ਭੇਟਾ ਕਰਦੇ ਸਨ। ਤਿਮਹਿ ਖਰਚ ਵਿਸਾਲ ਹੈ ਗੁਰ ਦੇਗ ਚਲਾਵੈ। ਔਰ ਜਿਵੇਂ ਲੱਖਾਂ ਦਾ ਧਨ ਹੁੰਦਾ ਸੀ, ਇਵੇਂ ਲੱਖਾਂ ਦਾ ਖਰਚਾ ਵੀ ਰੋਜ਼ਦੇ ਸੀ। ਇੰਨੀਆਂ ਸੰਗਤਾਂ ਵਾਸਤੇ ਲੰਗਰ, ਗੁਰੂ ਦੀਆਂ ਫੌਜਾਂ, ਘੋੜੇ, ਸਾਰਾ ਖਰਚਾ ਵੀ ਇਸੇ ਤਰ੍ਹਾਂ ਚੱਲਦਾ ਸੀ। ਤਿਮਹਿ ਖਰਚ ਵਿਸਾਲ ਹੈ ਗੁਰ ਦੇਗ ਚਲਾਵੈ। ਸੋ ਭਟਣ ਕੋ ਦੇ ਚਾਕਰੇ ਸਿਰ ਪਾਉ ਦਿਵਾਵੈ। ਫਿਰ ਜਿੰਨੇ ਸੈਨਿਕ ਰੱਖੇ ਨੇ, ਕਿਉਂਕਿ ਬਹੁਤੇ ਤਨਖਾਹਾਂ ਲੈਣ ਵਾਲੇ ਸਨ, ਉਹਨਾਂ ਦੀ ਤਨਖਾਹਾਂ ਵੀ ਦੇਣੀਆਂ। ਅਤੇ ਜਿਹੜੇ ਕੇਵਲ ਸੇਵਾ ਕਰਨ ਵਾਸਤੇ ਆਏ ਸਨ, ਬਿਧੀ ਚੰਦ ਵਰਗੇ, ਭਾਈ ਜੇਠਾ ਜੀ ਵਰਗੇ, ਹੋਰ ਜਿਹੜੇ ਗੁਰੂ ਕੇ ਸਿੱਖ ਨੇ, ਉਹਨਾਂ ਨੂੰ ਫਿਰ ਕੀਮਤੀ ਸਿਰਪਾਉ ਦੇਣੇ। ਇਸ ਬਿਦ ਗੁਰ ਘਰ ਕੇ ਖਰਚ ਨਿਤ ਪ੍ਰਤ ਹੋਤ ਵਿਸਲ। ਇਸ ਤਰ੍ਹਾਂ ਗੁਰੂ ਘਰ ਦੇ ਜਿਹੜੇ ਖਰਚ ਨੇ, ਉਹ ਵੀ ਦਿਨ ਪ੍ਰਤੀ ਦਿਨ ਲੱਖਾਂ ਦੇ ਹਿਸਾਬ ਨਾਲ ਹੀ ਹੁੰਦੇ ਸਨ। ਤਿਮਹਿ ਆਵਤ ਦਰਬ ਬੋਹ ਪੂਰੈ ਗੁਰ ਕਿਰਪਾਲ। ਅਤੇ ਜਿੰਨੇ ਖਰਚ ਸਨ, ਉਸ ਤੋਂ ਵੱਧ ਕੇ ਜਿਹੜੇ ਗੁਰੂ ਘਰ ਦੇ ਵਿੱਚ ਭੇਟਾਵਾਂ ਹੁੰਦੀਆਂ ਸਨ, ਗੁਰੂ ਖੁੱਲ੍ਹੇ ਦਿਲ ਦੇ ਨਾਲ, ਫਿਰ ਖੁੱਲ੍ਹੇ ਹੱਥਾਂ ਦੇ ਨਾਲ ਵੰਡਦੇ ਨੇ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਅਧਿਆਇ ਨੰਬਰ 3 ਜਿਹੜਾ ਹੈ ਉਹ ਖਤਮ ਕੀਤਾ ਹੈ। ਚੌਥਾ ਅਧਿਆਇ ਇੱਥੋਂ ਸ਼ੁਰੂ ਕਰਦੇ ਲਿਖਦੇ ਨੇ। ਦੋਹਰਾ ਸਹਿਜ ਸੁਭਾਇਕ ਸਤਿਗੁਰੂ ਗਏ ਮਹਿਲ ਕੇ ਮਾਹੇ। ਬਿਧੀ ਚੰਦ ਕੋ ਸੰਗ ਲੈ ਬੈਠੇ ਤਹਾਂ ਸੁਹਾਏ। ਕਹਿੰਦੇ ਇੱਕ ਦਿਨ ਸਹਿਜ ਸੁਭਾਈ ਸਤਿਗੁਰੂ ਜੀ ਆਪਣੇ ਮਹਿਲ 'ਚ ਗਏ ਅਤੇ ਭਾਈ ਬਿਧੀ ਚੰਦ ਨੂੰ ਨਾਲ ਲੈ ਗਏ ਕਿ ਬਿਧੀ ਚੰਦ ਸਾਡੇ ਨਾਲ ਚੱਲੋ। ਭਾਈ ਬਿਧੀ ਚੰਦ ਵੀ ਕੋਲ ਬੈਠ ਗਏ ਨੇ। ਤਬੇ ਨਾਨਕੀ ਹਰ ਮਰਵਾਹੀ ਬੈਠੇ ਆਏ ਬੰਦ ਕਰ ਪਾਹੀ। ਉਦੋਂ ਮਾਤਾ ਨਾਨਕੀ ਜੀ ਵੀ, ਮਾਤਾ ਮਰਵਾਹੀ ਜੀ ਵੀ ਆਏ। ਗੁਰੂ ਪਤੀ ਦੇ ਚਰਨਾਂ 'ਚ ਮੱਥਾ ਟੇਕਿਆ, ਹੱਥ ਜੋੜ ਕੇ ਚਰਨਾਂ 'ਚ ਬੈਠੀਆਂ ਨੇ। ਮੁਸਕਾਵਤ ਬੁਝਤ ਗੁਰ ਸੰਗਾ ਬਿਧੀ ਚੰਦ ਤੁਮਰੋ ਸਿੱਖ ਚੰਗਾ। ਮੁਸਕਰਾਉਂਦਿਆਂ ਹੋਇਆ ਨਾ ਮਾਤਾ ਮਰਵਾਹੀ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਬਿਧੀ ਚੰਦ ਤੁਹਾਡਾ ਚੰਗਾ ਸਿੱਖ ਹੈ। ਹੁਣ ਦੇਖੋ ਸਤਿਗੁਰੂ ਜੀ ਨੇ ਭਲਾ ਕਿਵੇਂ ਕਰਨਾ। ਬਿਧੀ ਚੰਦ ਜਿਹੜਾ ਚੋਰੀ ਕਰਨ ਦਾ ਸੁਭਾਅ ਕਹਿੰਦਾ ਸੀ ਨਾ, ਜਾਂਦਾ ਕੋਈ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ ਸੀ ਜੇ ਕਰਨੀ ਵੀ ਤਾਂ ਚੰਗੇ ਕੰਮਾਂ 'ਚ ਵਰਤੀ, ਕਰਨਾ ਵਰਤੀ, ਇੱਕਦਮ ਨਹੀਂ ਸੁਭਾਅ ਛੱਡਿਆ ਜਾਣਾ। ਪਰ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਚਾਹੁੰਦੇ, ਕਿਉਂਕਿ ਜੋ ਕੁਛ ਹੋਣਾ ਹੁੰਦਾ ਭਾਣੇ ਦੇ ਵਿੱਚ ਅਤੇ ਸਮੇਂ ਦੇ ਮੁਤਾਬਕ ਹੋਣਾ ਹੁੰਦਾ, ਸੁਭਾਅ ਉਦੋਂ ਵੀ ਬਦਲ ਸਕਦੇ ਸਨ। ਪਰ ਹੁਣ ਭਾਈ ਬਿਧੀ ਚੰਦ ਇਹਦੇ 'ਤੇ ਸਤਿਗੁਰੂ ਜੀ ਕਿਰਪਾ ਕਰ ਲੱਗੇ ਨੇ, ਔਰ ਮਾਤਾ ਮਰਵਾਹੀ ਜੀ ਦੇ ਰਾਹੀਂ ਸਮਝੋ ਕਰ ਲੱਗੇ ਨੇ। ਮਾਤਾ ਮਰਵਾਹੀ ਜੀ ਹੱਸ ਕੇ ਕਹਿੰਦੇ ਨੇ ਕਿ ਸਤਿਗੁਰੂ ਜੀ ਇਹ ਬਿਧੀ ਚੰਦ ਤੁਹਾਡਾ ਚੰਗਾ ਸਿੱਖ ਹੈ। ਭਾ ਅਵਤਾਰ ਆਪ ਕੋ ਭਾਰਾ ਕਰਮ ਹੈ ਕੁਟਲ ਕਰੇ ਨਿਸਤਾਰਾ। ਕਿ ਇਸ ਕਲਯੁਗ ਦੇ ਵਿੱਚ ਤੁਹਾਡਾ ਅਵਤਾਰ, ਤੁਸੀਂ ਆਪ ਪਰਮੇਸ਼ਰ ਹੋ, ਤੁਸੀਂ ਆਪ ਪਾਪੀਆਂ ਦੇ ਪਾਪ ਦੂਰ ਕਰਨ ਵਾਸਤੇ ਆਏ ਹੋ। ਬਣਿਓ ਸਿੱਖ ਰਾਵਰ ਕੋ ਆਏ ਤਉ ਸੁਭਾਵ ਨਾ ਪਲਟਿਓ ਜਾਏ। ਅਤੇ ਸਤਿਗੁਰੂ ਜੀ ਬਿਧੀ ਚੰਦ ਤੁਹਾਡਾ ਸਿੱਖ ਬਣਿਆ ਹੈ, ਪੰਜਵੇਂ ਪਾਤਸ਼ਾਹ ਦੇ ਸਮੇਂ ਤੋਂ ਬਣਿਆ ਹੈ, ਪਰ ਫਿਰ ਵੀ ਇਹਦਾ ਸੁਭਾਅ ਨਹੀਂ ਬਦਲਿਆ। ਚੋਰੀ ਵਾਲਾ ਸੁਭਾਅ ਹੱਸ ਕੇ ਕਹਿੰਦੇ ਨੂੰ ਉਹ ਤਾਂ ਨਹੀਂ ਬਦਲਿਆ। ਚੋਰੀ ਕਰਤ ਹੇਤ ਉਪਕਾਰੇ ਗੁਰ ਕੇ ਕਾਰਜ ਅਣਕ ਸੁਧਾਰੇ। ਚੋਰੀ ਭਾਵੇਂ ਨੇ ਪਰਉਪਕਾਰ ਵਾਸਤੇ ਕੀਤੀ, ਭਾਵੇਂ ਗੁਰੂ ਘਰ ਦੇ ਬੜੇ ਕਾਰਜ ਨਿਸਵਾਰੇ ਹੋਣਗੇ। ਬਿਧੀ ਚੰਦ ਭਾਈ ਹਿਤ ਧਰੇ ਅਪਰ ਕਰਮ ਜੋ ਕਿਛ ਤੈ ਕਰੈ। ਇੱਥੇ ਮਤ ਮਰਵਾਹੀ ਜੀ ਕਹਿੰਦੇ ਨੇ ਭਾਈ ਜੀ, ਭਾਈ ਬਿਧੀ ਚੰਦ, ਪਹਿਲੋਂ ਇਹ ਦੱਸੋ ਕਿ ਭਾਵੇਂ ਤੁਸੀਂ ਪਰਉਪਕਾਰ ਲਈ ਕੰਮ ਕੀਤੇ ਨੇ, ਗੁਰੂ ਘਰਾਂ ਦੇ ਬੜੇ ਕਾਰਜ ਸਵਾਰੇ ਨੇ, ਗੁਰੂ ਘਰ ਦੇ ਘੋੜੇ ਲੈ ਕੇ ਆਏ ਹੋ, ਇਸ ਤੋਂ ਪਹਿਲੋਂ ਹੋਰ ਦੱਸੋ ਕਿ ਤੁਸੀਂ ਕਿਹੜੇ ਕਿਹੜੇ ਕਾਰਨਾਮੇ ਕੀਤੇ। ਕਿਉਂਕਿ ਸੁਣ ਕੇ ਆਨੰਦ ਬੜਾ ਹੁੰਦਾ ਸੀ ਕਿ ਹੋਰ ਤੁਸੀਂ ਕੀ ਕੁਝ ਕੀਤਾ। ਕਰੋ ਸੁਨਾਵਣ ਹਮ ਕੋ ਸੋਏ ਜਿਨ ਸੁਣਵੇ ਮਨ ਅਚਰਜ ਹੋਏ। ਕੋਈ ਹੋਰ ਆਪਣੇ ਜੀਵਨ ਦਾ ਐਸਾ ਪ੍ਰਸੰਗ ਸੁਣਾਓ ਜਿਹਨੂੰ ਸੁਣ ਕੇ ਸੱਚਮੁੱਚ ਬੜੀ ਹੈਰਾਨੀ ਹੋਵੇ।
ਤੋਹੇ ਸਮਾਨ ਸੁਨੋ ਨਹਿ ਕਾਨਾ, ਕਿਮ ਦੇਖਣ ਮਹਿ ਆਵੇ ਜਾਨਾ। ਕਿ ਭਾਈ ਜੀ ਤੁਹਾਡੇ ਵਰਗਾ ਚੋਰ ਅੱਜ ਤੱਕ ਕਦੇ ਸੁਣਿਆ ਹੀ ਨਹੀਂ ਸੀ ਕਿ ਚੋਰੀ ਵੀ ਕਰਕੇ ਲਿਆਵੇ ਤੇ ਆਪ ਉਹਦੇ 'ਚ ਲਵੇ ਵੀ ਕੁਝ ਨਾ, ਤੇ ਕਦੇ ਸੁਣਿਆ ਨਹੀਂ ਸੀ, ਵੇਖਣਾ ਤੇ ਕਿੱਥੋਂ ਸੀ। ਤੁਮ ਸਮ ਇੱਕ ਤੁਝੇ ਕੋ ਜਾਨਾ, ਅਪਰ ਕਰਿਓ ਸੋ ਕਰੋ ਬਖਾਨਾ। ਭਾਈ ਬੇਦੀ ਚੰਦ ਤੇਰੇ ਵਰਗਾ ਬਸ ਤੂੰ ਹੀ ਹੈ, ਤੇਰੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੋ ਸਕਦਾ। ਹੋਰ ਦੱਸ, ਹੋਰ ਕਿਵੇਂ ਦਾ ਕੋਈ ਕਾਰਨਾਮਾ ਕੋਈ ਕੀਤਾ, ਉਹ ਸਾਨੂੰ ਸੁਣਾ। ਸੁਣ ਬਿਦਿਏ ਕਰ ਜੋਰ ਸੁਣਾਇਓ, ਸੁਣੋ ਮਾਤ ਇੱਕ ਕਰਮ ਕਮਾਇਓ। ਹੁਣ ਜਦੋਂ ਮਾਤਾ ਮਰਵਾਹੀ ਜੀ ਪੁੱਛਦੇ ਨੇ, ਭਾਈ ਬਿਧੀ ਚੰਦ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿੰਦੇ ਨੇ, ਮਾਤਾ ਜੀ ਇੱਕ ਕਰਮ ਮੈਂ ਹੋਰ ਕੀਤਾ। ਸਿਰ ਅਰਜਨ ਮੁਝ ਸੰਗ ਉਚਾਰਾ, ਤੂੰ ਸਿਰ ਚੋਰੀ ਲੇਖ ਉਧਾਰਾ। ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਮੇਰੇ ਨਾਲ ਕੀਤੇ ਸਨ ਕਿ ਭਾਈ ਬਿਧੀ ਚੰਦ ਤੇਰੇ ਸਿਰ ਲੇਖ ਹੈ ਚੋਰੀ ਦਾ। ਉਰੇ ਜਿਹੜੇ ਲੇਖੇ ਨੇ ਇਹ ਫਿਰ ਨਿਬੇੜੇ ਜਾਂਦੇ ਨੇ, ਇਹ ਤੇਰੇ ਸਿਰ ਲੇਖ ਹੀ ਲਿਖਿਆ ਹੋਇਆ ਜੀ ਚੋਰੀ ਕਰਨ ਦਾ। ਜੇ ਅਬ ਚਾਹੋ ਕਰੋ ਉਪਕਾਰਾ, ਪਰ ਤਨ ਆਪ ਨ ਲਿਹੋ ਕਰ ਧਾਰਾ। ਗੁਰੂ ਸਾਹਿਬ ਜੀ ਕਹਿੰਦੇ ਸਨ ਕਿ ਜੇ ਇਹ ਲਿਖੇ ਹੋਏ ਲੇਖ ਵੀ ਮਿਟਾਉਣਾ ਚਾਹੁੰਦਾ ਨਾ, ਤੇ ਸੁਭਾਅ ਵੀ ਤੂੰ ਕਹਿੰਦਾ ਛੇਤੀ ਬਦਲਣਾ ਨਹੀਂ, ਤੇ ਫਿਰ ਇਹ ਚੋਰੀ ਵੀ ਜੇ ਪਰਉਪਕਾਰ ਵਾਸਤੇ ਕਰੇਂਗਾ, ਇਹਦੇ ਵਿੱਚੋਂ ਇੱਕ ਨਵਾਂ ਪੈਸਾ ਵੀ ਤੂੰ ਆਪਣੇ ਲਈ ਨਹੀਂ ਖਰਚੀ, ਆਪ ਨਾ ਰੱਖੀ। ਇਹਨਾਂ ਲੇਖਾਂ ਦੇ ਵਿੱਚੋਂ ਤੇਰੇ ਲੇਖ ਮਿਟ ਜਾਣਗੇ। ਹਿਮ ਸੁਣ ਮੈਂ ਇੱਕ ਕੇ ਕਰ ਗਇਓ, ਤਿਨ ਕੋ ਬਹੁ ਦਾਰਦ ਪਿਖ ਲਿਓ। ਭਾਈ ਬਿਧੀ ਚੰਦ ਕਹਿੰਦੇ ਕਿ ਮੈਂ ਬਥੇਰਾ ਆਪਣੇ ਅੰਦਰ ਨੂੰ ਸਮਝਾਇਆ ਕਿ ਚੋਰੀ ਨਹੀਂ ਕਰਨੀ, ਪਰ ਕਹਿੰਦੇ ਇੱਕ ਦਿਨ ਮੈਂ ਕਿਸੇ ਦੇ ਘਰ ਵਿੱਚ ਗਿਆ ਕਿ ਜਿੰਦੇ ਘਰ 'ਚ ਬੜੀ ਗਰੀਬੀ ਸੀ। ਦੰਪਤ ਬੈਠੇ ਬਹੁ ਮੁਰਝਾਏ, ਇੱਕ ਸਮੇਂ ਦਿਨ ਨਹਿ ਤ੍ਰਿਪਤਾਏ। ਕਿ ਪਤੀ ਪਤਨੀ ਦੋਵੇਂ ਬਿਮਾਰ ਨੇ, ਅੱਧ-ਖੜ ਉਮਰ ਦੇ ਨੇ, ਤੇ ਬਿਮਾਰ ਬੰਦਾ ਦਿਹਾੜੀ ਤੇ ਕਰ ਹੀ ਨਹੀਂ ਸਕਦਾ, ਤੇ ਸੁਭਾਵਿਕ ਉਸ ਘਰ ਵਿੱਚ ਗਰੀਬੀ ਅੱਤ ਤੋਂ ਜ਼ਿਆਦਾ ਹੋਏਗੀ। ਕਿ ਉਹਨਾਂ ਨੇ ਕਦੇ ਵੀ ਇੱਕ ਦਿਨ ਦੇ ਵਿੱਚ ਰੱਜ ਕੇ ਭੋਜਨ ਨਹੀਂ ਸੀ ਖਾਧਾ। ਜੇ ਦੁਪਹਿਰੇ ਖਾ ਲੈਣਾ ਤਾਂ ਰਾਤ ਨੂੰ ਨਹੀਂ ਮਿਲਦਾ, ਜੇ ਥੋੜ੍ਹਾ ਬਹੁਤਾ ਰਾਤ ਨੂੰ ਮਿਲ ਜਾਣਾ ਤਾਂ ਸਾਰਾ ਦਿਨ ਅਗਲੇ ਦਿਨ ਨਹੀਂ ਮਿਲਦਾ। ਇਵੇਂ ਦੀ ਹਾਲਤ ਸੀ। ਇੱਕ ਕੰਨਿਆ ਤਿਨ ਕੇ ਘਰ ਮਾਹੀ, ਵਰ ਪ੍ਰਾਪਤ ਧਨ ਬਿਨ ਨਹਿ ਵਿਆਹੀ। ਤੇ ਉਹਨਾਂ ਦੇ ਇੱਕ ਧੀ ਵੀ ਸੀ ਜਵਾਨ, ਜਿੰਦਾ ਰਿਸ਼ਤਾ ਕੀਤਾ ਹੋਇਆ ਸੀ, ਵਿਆਹੁਣ ਦੇ ਯੋਗ ਸੀ, ਪਰ ਜਿਹੜੇ ਘਰ ਦੇ ਵਿੱਚ ਰੋਟੀ ਨਾ ਬਣਦੀ ਹੋਵੇ ਤੇ ਧੀ ਕਿਵੇਂ ਵਿਆਹੁਣੀ ਹੈ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਬਹੁਤੇ ਭਾਰ ਹੀ ਬਣ ਗਿਆ ਨਾ, ਵੇਖੋ ਵੇਖੀ ਕਿ ਇੰਨੇ ਲੱਖ ਹੋਣਗੇ ਤੇ ਫਿਰ ਕਿਤੇ ਜਾ ਕੇ ਵਿਆਹ ਹੋਣਾ ਹੈ। ਔਰ ਭਲੇ ਸਮਿਆਂ ਦੇ ਵਿੱਚ ਵੀ ਘੱਟੋ ਘੱਟ ਲੰਗਰ ਪਾਣੀ ਤੇ ਛਕਾਉਣਾ ਸੀ ਨਾ ਜਿਹੜੇ ਆਉਣੇ ਸੀ। ਨਿਤ ਚਿੰਤਾ ਮਹਿ ਰਹਿ ਬਸੂਰਤ, ਰਹਿ ਸਥਿਰ ਜਿਮ ਪਾਹਣ ਮੂਰਤ। ਉਹ ਦੋਵੇਂ ਪਤੀ ਪਤਨੀ, ਇੱਕ ਤੇ ਬਿਮਾਰ, ਦੂਜਾ ਗਰੀਬੀ, ਤੇ ਤੀਜਾ ਚਿੰਤਾ ਨੇ ਉਹਨਾਂ ਨੇ ਅੰਦਰੋਂ ਪੂਰੀ ਤਰ੍ਹਾਂ ਚਿੰਤਾ ਨੇ ਖਾ ਲਿਆ ਸੀ। ਔਰ ਚਿੰਤਾ ਬਹੁਤੀਆਂ ਬਿਮਾਰੀਆਂ ਵਧਾਉਂਦੀਆਂ ਨੇ, ਚਿੰਤਾ ਕਰਕੇ ਬਿਮਾਰੀ ਬਹੁਤੀ ਵੱਧਦੀ ਹੈ। ਉਹ ਘਰ ਵਿੱਚ ਇਵੇਂ ਬੈਠੇ ਹੁੰਦੇ ਸਨ ਜਿਵੇਂ ਪੱਥਰ ਦੀ ਮੂਰਤ ਹੋਵੇ, ਜਿਹਨੂੰ ਅੱਜ ਡਿਪਰੈਸ਼ਨ ਕਿਹਾ ਜਾਂਦਾ। ਹਿਲਦੇ ਜੁਲਦੇ ਵੀ ਨਹੀਂ ਸਨ, ਕੇਵਲ ਚਿੰਤਾ ਵਿੱਚ ਹੀ ਰਹਿੰਦੇ ਸਨ। ਤਿਨ ਕੋ ਦੇਖ ਦਇਆ ਮੋਹਿ ਆਈ, ਮੈਂ ਦਹਿ ਧਨ ਗਿਰਾ ਸੁਣਾਈ। ਮਾਤਾ ਜੀ ਗੁਰੂ ਸਾਹਿਬ ਦੇ ਬਚਨ ਤੇ ਚੇਤੇ ਸਨ, ਪਰ ਕਰਾਂ ਕਿ ਉਹਨਾਂ ਨੂੰ ਵੇਖ ਕੇ ਦਇਆ ਆ ਗਈ। ਉਰੇ ਜਿਹੜੀ ਦਇਆ ਹੈ ਇਹ ਵਿਰਲੇ ਦੇ ਭਾਗਾਂ 'ਚ ਹੀ ਹੁੰਦੀ ਹੈ। ਅੰਦਰ ਦਇਆ ਹੋਵੇ ਤੇ ਧਰਮ ਜਿਹੜਾ ਕਮਾਇਆ ਤਾਂ ਹੀ ਜਾ ਸਕਦਾ ਹੈ। ਅੰਦਰ ਉਹਨਾਂ ਨੂੰ ਵੇਖ ਕੇ ਦਇਆ ਆ ਗਈ ਤੇ ਮੈਂ ਕਹਿ ਦਿੱਤਾ ਕਿ ਭਾਈ ਤੁਸੀਂ ਚਿੰਤਾ ਨਹੀਂ ਕਰਨੀ, ਧੀ ਦੇ ਵਿਆਹ ਦੀ ਤਰੀਕ ਤੁਸੀਂ ਪੱਕੀ ਕਰੋ, ਧਨ ਰੁਪਈਆ ਪੈਸਾ ਮੈਂ ਦਿਆਂਗਾ। ਜਿਸ ਤੇ ਕੰਨਿਆ ਕੋ ਹੋਏ ਵਿਆਹੂ, ਅਰ ਬੈਠੇ ਭੋਜਨ ਲਿਖ ਖਾਹੂ। ਇੰਨਾ ਕੁ ਧਨ ਤੁਹਾਨੂੰ ਲਿਆ ਕੇ ਦਿਆਂਗਾ ਜਿਹਦੇ ਨਾਲ ਤੁਹਾਡੀ ਧੀ ਦਾ ਵਿਆਹ ਵੀ ਸੋਹਣਾ ਹੋ ਜੇ, ਤੇ ਤੁਸੀਂ ਬੈਠੇ ਰੱਜ ਕੇ ਰੋਟੀ ਵੀ ਖਾਓ। ਤਿਸ ਪੁਰ ਮੈਂ ਇੱਕ ਘਰ ਚਲ ਗਇਓ,
ਬ੍ਰਿੰਦ ਮੇਲ ਤਹਿ ਦੇਖਤ ਪਇਓ। ਉਸੇ ਨਗਰ ਦੇ ਵਿੱਚ ਭਾਈ ਬਿਧੀ ਚੰਦ ਇੱਕ ਹੋਰ ਘਰ ਵਿੱਚ ਗਿਆ, ਜਿੱਥੇ ਉਹਨੇ ਦੇਖਿਆ ਕਿ ਬੜੇ ਮੇਲ ਇਕੱਠਾ ਹੋਇਆ, ਵਿਆਹ ਰੱਖਿਆ ਹੋਇਆ ਹੈ। ਮਿਲਿਓ ਨਰਨ ਮਹਿ ਅੰਤਰ ਬਰਿਓ, ਹੁਤੋ ਵਿਆਹ ਸ਼ੁਭ ਦੇਖਣ ਕਰਿਓ। ਲੋਕਾਂ ਦੇ ਵਿੱਚ ਮਿਲ ਗਿਆ, ਭਾਈ ਬਿਧੀ ਚੰਦ ਅੰਦਰ ਚਲਾ ਗਿਆ ਤੇ ਅੰਦਰ ਜਾ ਕੇ ਪੱਕਾ ਗੱਲ ਹੋ ਗਈ ਕਿ ਤੇ ਵਿਆਹ ਰੱਖਿਆ ਹੋਇਆ ਹੈ। ਭਾਈ ਬਿਧੀ ਚੰਦ ਵਿਆਹ ਵੇਖਣ ਲੱਗ ਗਏ। ਤਬ ਬਰਾਤ ਅੰਤਰ ਬੁਲਵਾਏ, ਤੇ ਭੋਜਨ ਕਰ ਪਾਂਤ ਬਿਠਾਈ। ਔਰ ਦੇਖੋ ਕਹਿੰਦੇ ਫਿਰ ਬਰਾਤ ਆਈ। ਬਰਾਤ ਤੋਂ ਬਾਅਦ ਪੰਕਤੀਆਂ ਵਿੱਚ ਜਦੋਂ ਬਿਠਾਇਆ ਕਿ ਹੁਣ ਭੋਜਨ ਛਕਾਉਣਾ ਹੈ। ਪਹਿਲੇ ਭਲੇ ਸਮੇਂ ਇਸੇ ਤਰ੍ਹਾਂ ਸਨ ਜੀ, ਬਰਾਤ ਭਾਵੇਂ 1 ਵਜੇ ਆਏ ਭਾਵੇਂ 2 ਵਜੇ ਆਏ, ਉਦੋਂ ਤੱਕ ਮੇਲੇ ਭੁੱਖੇ ਮਰਦੇ ਸਨ ਕਿ ਪਹਿਲੋਂ ਬਰਾਤ ਖਾਏਗੀ, ਤੁਸੀਂ ਬਾਅਦ 'ਚ। ਕਹਿੰਦੇ ਜਦੋਂ ਬਰਾਤ ਆਈ, ਪਹਿਲੋਂ ਬਰਾਤ ਨੂੰ ਫਿਰ ਬਿਠਾ ਦਿੱਤਾ ਗਿਆ, ਪੰਕਤੀਆਂ 'ਚ ਬਿਠਾਇਆ। ਤਹਿ ਮੈਂ ਭਇਓ ਪੁਰੁਸ਼ਣ ਵਾਰਾ, ਭਰਿਓ ਟੋਕਰਾ ਲਿਆਉ ਆਹਾਰਾ। ਤੇ ਭਾਈ ਬਿਧੀ ਚੰਦ ਕਹਿੰਦੇ ਉੱਥੇ ਮੈਂ ਵਰਤਾਰਾ ਬਣ ਗਿਆ ਜੀ, ਕਿਉਂਕਿ ਇਹਨੇ ਮੇਲ 'ਚ ਕਿਹੜਾ ਪਤਾ ਲੱਗਦਾ ਸੀ ਕਿਹੜਾ ਰਿਸ਼ਤੇਦਾਰ ਪਿੰਡ ਦਾ ਕਿਤੇ ਕਿਤੋਂ ਬਾਹਰੋਂ ਆਇਆ। ਮੈਂ ਟੋਕਰਾ ਭਰਾ ਤੇ ਟੋਕਰਾ ਭਰ ਕੇ ਪੰਗਤਾਂ ਦੇ ਵਿੱਚ ਵਰਤਾਉਣ ਲੱਗ ਗਿਆ, ਵਰਤਾਰਾ ਬਣ ਗਿਆ। ਤਬ ਮੈਂ ਲੈ ਪਕਵਾਨ ਕਨੇਰਾ, ਗਇਓ ਨਿਕਸ ਕਰ ਕਿਨਹੂ ਨਾ ਹੇਰਾ। ਬਸ 2-4 ਚੱਕਰ ਲਾਏ, ਵਿੱਚ ਵਰਤਾਵਾ ਬਣਿਆ। ਫਿਰ ਮੌਕਾ ਪਾ ਕੇ ਇੱਕ ਟੋਕਰਾ ਭਰਿਆ, ਉਹਦੇ 'ਚ ਕੁਝ ਰੋਟੀਆਂ ਰੱਖੀਆਂ, ਕੁਝ ਮਠਿਆਈਆਂ ਰੱਖੀਆਂ, ਚੰਗੀ ਤਰ੍ਹਾਂ ਭਰ ਲਿਆ ਜੀ। ਉੱਥੋਂ ਕਹਿੰਦੇ ਮੈਂ ਰੋਟੀ ਚੋਰੀ ਕਰਕੇ ਨਿਕਲਿਆ, ਮਠਿਆਈਆਂ ਪ੍ਰਸ਼ਾਦ ਅਤੇ ਉਹਨਾਂ ਵਾਸਤੇ, ਪਰ ਮੈਨੂੰ ਨਿਕਲਦਿਆਂ ਹੋਇਆਂ ਨੂੰ ਕਿਸੇ ਨੇ ਵੇਖਿਆ ਨਹੀਂ, ਕਿਸੇ ਨੂੰ ਸ਼ੱਕ ਹੀ ਨਹੀਂ ਹੋਇਆ। 3 ਸੁਧ 3 ਕੋ ਦਿਨ ਸਿਆਨ, ਲੈ ਹਰ ਖਾਏ ਸੁਕੀਨਸ ਖਾਨ। ਕਹਿੰਦੇ ਭੁੱਖੇ ਸਨ, ਉਰੇ ਲੱਗਦਾ ਸੀ ਕਿ ਰੋਟੀ ਪਤਾ ਨਹੀਂ ਇਹਨਾਂ ਨੇ ਕਈ ਦਿਨ ਹੋ ਗਏ ਖਾਧੀ ਹੋਵੇ ਕਿ ਨਾ, ਇੱਕ ਟਾਈਮ ਜੀ ਤੇ ਮਿਲ ਜੀ ਸੀ ਥੋੜ੍ਹੀ ਜੀ। ਭਾਈ ਬਿਧੀ ਚੰਦ ਕਹਿੰਦੇ ਕਿ ਚਿੰਤਾ ਨਹੀਂ ਕਰਨੀ ਭਾਈ, ਪਹਿਲੋਂ ਤੇ ਰੱਜ ਕੇ ਇਹ ਪ੍ਰਸ਼ਾਦਾ ਛਕੋ, ਮਠਾਈਆਂ ਛਕੋ। ਉਹ ਰੱਜ ਕੇ ਉਹਨਾਂ ਨੇ ਛਕਿਆ ਜੀ। ਅਪਰ ਵਸਤ ਕੁਛ ਹੱਥ ਨ ਆਏ, ਜਾਏ ਅਪਰ ਕਰ ਸੰਨ ਲਗਾਈ। ਭਾਈ ਬਿਧੀ ਚੰਦ ਕਹਿੰਦਾ ਹੁਣ ਤੇ ਬਸ ਇੰਨਾ ਕੁ ਸਮਾਨ ਆਇਆ ਖਾਣ ਪੀਣ ਦਾ ਹੈ, ਇਹ ਤੁਹਾਡੇ ਕੋਲ ਕਈ ਦਿਨ ਚੱਲਣਾ ਹੈ। ਵਿਆਹ ਵਾਲਾ ਘਰ ਸੀ, ਕਿਉਂਕਿ ਹੋਰ ਤਾਂ ਚੀਜ਼ ਕੋਈ ਹੱਥ ਲੱਗੀ ਨਹੀਂ। ਅਤੇ ਬਿਧੀ ਚੰਦ ਨੂੰ ਪਤਾ ਸੀ ਜਿਹੜੇ ਘਰ ਦੇ ਵਿੱਚ ਗਿਆ ਉੱਥੇ ਵੀ ਧੀ ਦਾ ਵਿਆਹ ਹੈ, ਕੋਈ ਸੋਨਾ ਕੋਈ ਗਹਿਣਾ ਜੇ ਧੀ ਵਾਸਤੇ ਬਣਾਇਆ ਹੋਣਾ ਉੱਥੋਂ ਤੋਂ ਲਿਆਉਣਾ ਹੀ ਨਹੀਂ ਸੀ। ਹੋਰ ਚੀਜ਼ ਨਹੀਂ ਕੋਈ ਕਰ ਲੱਗੇ, ਕਹਿੰਦੇ ਕਿਸੇ ਹੋਰ ਥਾਂ 'ਤੇ ਗਿਆ, ਉੱਥੇ ਜਾ ਕੇ ਮੈਂ ਸੰਨ ਲਾਈ ਰਾਤ ਨੂੰ। ਅੰਤਰ ਬਰਿਓ ਚੁਬਾਰੇ ਚਰਿਓ, ਬੈਠਿਓ ਬਣੀਆਂ ਤਾਹ ਨਿਹਰਿਓ। ਸੰਨ ਲਾ ਕੇ ਘਰ ਦੇ ਵਿੱਚ ਵੜਿਆ, ਔਰ ਸੰਨ ਆਪ ਜੀ ਸਮਝਦੇ ਉਹਨੇ ਕੰਧ ਪਾੜ ਕੇ ਘਰ ਦੇ ਵਿੱਚ ਵੜਿਆ। ਘਰ 'ਚ ਵੜ ਕੇ ਉੱਤੇ ਚੁਬਾਰਾ ਸੀ, ਚੁਬਾਰੇ 'ਤੇ ਚੜ੍ਹਿਆ ਅਤੇ ਦੇਖਿਆ ਕੀ ਹੈ ਕਿ ਰਾਤ ਨੂੰ ਬਾਣੀਆਂ ਉਹਨੇ ਲੈਂਪ ਜਗਾਈ ਹੋਈ ਲਾਲਟਨ, ਅਤੇ ਬਾਣੀਆਂ ਜਿਹੜਾ ਬੈਠਾ ਹੋਇਆ ਹਿਸਾਬ ਕਿਤਾਬ ਕਰ ਰਿਹਾ। ਹੁਣ ਭਾਈ ਬਿਧੀ ਚੰਦ ਕਹਿੰਦੇ ਕਿ ਉਹ ਹਿਸਾਬ ਕਿਤਾਬ ਕਰਦਾ ਸੀ, ਅਤੇ ਮੈਂ ਇੰਤਜ਼ਾਰ ਕਰਨਾ ਸੀ ਕਦੋਂ ਇਹ ਸੌਂਵੇ ਅਤੇ ਕਦੋਂ ਕੁਝ ਧਨ ਲੈ ਕੇ ਜਾਵਾਂ ਅਤੇ ਉਹਨਾਂ ਨੂੰ ਦਿਆਂ। ਜਿਵੇਂ ਭਾਈ ਬਿਧੀ ਚੰਦ ਇਹ ਅਗਲੀ ਆਪਣੀ ਕਥਾ ਆਪ ਸੁਣਾਉਂਦੇ ਨੇ, ਅਤੇ ਜਿਵੇਂ ਗੁਰੂ ਸਾਹਿਬ ਜੀ ਨੇ ਫਿਰ ਕਿਰਪਾ ਕਰਨੀ ਦੇ ਲੇਖ ਕੱਟਣੇ ਨੇ। ਇਹ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਵਾਰੀ ਰਸਨਾ ਨੂੰ ਕਰੀਏ ਪਵਿੱਤਰ ਜੀ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ